ਪਾਠ 4 ਮਿਹਨਤ ਨਾਲ ਸਫਲਤਾ। ਆਓ ਬੱਚਿਓ ਪਾਠ ਪੜ੍ਹੀਏ। ਹੇਠ ਲਿਖੇ ਚਿੱਤਰਾਂ ਨੂੰ ਦੇਖੋ ਕਿ ਇਹ ਕਿਸ ਖੇਡ ਨੂੰ ਦਰਸਾਉਂਦੇ ਹਨ। ਹੇਠਾਂ ਖੇਡਾਂ ਦੇ ਨਾਂ ਲਿਖੇ ਗਏ ਹਨ। ਤੁਸੀਂ ਉਹਨਾਂ ਵਿੱਚੋਂ ਚੁਣ ਕੇ ਚਿੱਤਰਾਂ ਦੇ ਥੱਲੇ ਖੇਡ ਦਾ ਸਹੀ ਨਾਂ ਲਿਖੋ। ਇਸ ਵਿੱਚ ਤੁਸੀਂ ਆਪਣੇ ਅਧਿਆਪਕ ਦੀ ਮਦਦ ਵੀ ਲੈ ਸਕਦੇ ਹੋ। ਖੇਡਾਂ ਦੇ ਨਾਮ: ਸਾਈਕਲਿੰਗ, ਕ੍ਰਿਕਟ, ਹਾਕੀ, बैडमिंटन, तैराकी, फुटबॉल। बच्चों, पहली तस्वीर है क्रिकेट, बैडमिंटन, फुटबॉल, हाकी, साइकलिंग, तैराकी। ਤੁਹਾਨੂੰ ਕਿਹੜੀ ਖੇਡ ਚੰਗੀ ਲੱਗਦੀ ਹੈ ਉਸ ਨਾਲ ਸੰਬੰਧਿਤ ਚਿੱਤਰ ਬਣਾਓ। ਇਸ ਲਈ ਤੁਸੀਂ ਰੰਗਾਂ ਦੀ ਵਰਤੋਂ ਵੀ ਕਰ ਸਕਦੇ ਹੋ। ਬੱਚਿਓ, ਤੁਸੀਂ ਆਪਣੀ ਮਨਪਸੰਦ ਖੇਡ ਦਾ ਇੱਥੇ ਚਿੱਤਰ ਬਣਾਓਗੇ। ਕੁਝ ਖੇਡਾਂ ਵਿੱਚ ਖਿਡਾਰੀ ਇਕੱਲੇ ਤੌਰ ਤੇ ਭਾਗ ਲੈਂਦੇ ਹਨ, ਪਰ ਕੁਝ ਖੇਡਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਰਲ ਕੇ ਟੀਮ ਬਣਾ ਕੇ ਖੇਡਦੇ ਹਨ। ਆਓ ਇਕੱਲੇ ਅਤੇ ਟੀਮ ਦੇ ਤੌਰ ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੀ ਸੂਚੀ ਬਣਾਈਏ। ਖੇਡਾਂ ਜਿਨ੍ਹਾਂ ਵਿੱਚ ਖਿਡਾਰੀ ਇਕੱਲੇ ਤੌਰ ਤੇ ਭਾਗ ਲੈਂਦੇ ਹਨ। ਉਦਾਹਰਨ: ਲੰਬੀ ਛਾਲ, ਬੈਡਮਿੰਟਨ, ਬਾਕਸਿੰਗ, ਗੋਲਾ ਸੁੱਟਣਾ, ਕੁਸ਼ਤੀ, ਤੈਰਾਕੀ। ਖੇਡਾਂ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਟੀਮ ਵਜੋਂ ਭਾਗ ਲੈਂਦੇ ਹਨ। ਉਦਾਹਰਨ: ਹਾਕੀ, ਫੁੱਟਬਾਲ, ਕ੍ਰਿਕਟ, ਵਾਲੀਬਾਲ, ਖੋ-ਖੋ, ਕਬੱਡੀ। ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਬਹੁਤ ਸਾਰੇ ਗੁਣ ਵਿਕਸਿਤ ਹੁੰਦੇ ਹਨ, ਜਿਵੇਂ ਹੌਸਲਾ, ਹਾਰ ਨੂੰ ਸਵੀਕਾਰਨਾ, ਮਿਹਨਤ ਅਤੇ ਲਗਨ ਆਦਿ। ਟੀਮ ਵਿੱਚ ਖੇਡਣ ਨਾਲ ਅਸੀਂ ਬਹੁਤ ਕੁਝ ਸਿੱਖਦੇ ਹਾਂ, ਜਿਵੇਂ ਮਿਲਵਰਤਨ, ਸਹਿਯੋਗ ਅਤੇ ਤਾਲਮੇਲ ਆਦਿ। ਬੱਚਿਓ, ਸਕੂਲ ਤੋਂ ਬਾਅਦ ਬਲਾਕ, ਫਿਰ ਜ਼ਿਲ੍ਹਾ ਅਤੇ ਉਸ ਤੋਂ ਬਾਅਦ ਰਾਜ ਪੱਧਰ ਦੀਆਂ ਖੇਡਾਂ ਹੁੰਦੀਆਂ ਹਨ। ਰਾਜ ਤੋਂ ਬਾਅਦ ਰਾਸ਼ਟਰ ਅਤੇ ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਹੁੰਦਾ ਹੈ। ਓਲੰਪਿਕ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ। ਇਹ 4 ਸਾਲ ਬਾਅਦ ਹੁੰਦੀਆਂ ਹਨ। ਇਹਨਾਂ ਵਿੱਚ ਭਾਗ ਲੈਣਾ ਹੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਏਸ਼ੀਆਈ ਅਤੇ ਕਾਮਨਵੈਲਥ ਖੇਡਾਂ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ। ਬੱਚਿਓ, ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਦਾ ਮਤਲਬ ਜਿਸ ਵਿੱਚ ਵੱਖ-ਵੱਖ ਦੇਸ਼ ਦੇ ਖਿਡਾਰੀ ਭਾਗ ਲੈਂਦੇ ਹਨ। ਤੁਹਾਡਾ ਮਨਪਸੰਦ ਖਿਡਾਰੀ ਕੌਣ ਹੈ? ਉਸ ਬਾਰੇ ਅਖਬਾਰਾਂ ਜਾਂ ਖੇਡ ਰਸਾਲਿਆਂ ਵਿੱਚੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਨੋਟਬੁੱਕ ਵਿੱਚ ਲਿਖੋ ਅਤੇ ਉਸ ਦਾ ਚਿੱਤਰ ਚਿਪਕਾਓ। ਪਿਛਲੇ ਕੁਝ ਸਮੇਂ ਤੋਂ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਵੀ ਕੁਝ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਇਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਪੈਰਾਓਲੰਪਿਕ ਇਸੇ ਪ੍ਰਕਾਰ ਦਾ ਖੇਡ ਆਯੋਜਨ ਹੈ। ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਤੋਂ ਮਤਲਬ ਉਹ ਲੋਕ ਜਿਨ੍ਹਾਂ ਵਿੱਚ ਕੋਈ ਨਾ ਕੋਈ ਸਰੀਰਕ ਘਾਟ ਹੁੰਦੀ ਹੈ। ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਇੱਕ ਅਜਿਹਾ ਪਿੰਡ ਹੈ ਜਿਸ ਵਿੱਚੋਂ 14 ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਬੱਚਿਓ, ਜਲੰਧਰ ਦਾ ਸੰਸਾਰਪੁਰ ਪਿੰਡ ਹਾਕੀ ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ। ਜਲੰਧਰ ਸ਼ਹਿਰ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਹੈ। ਪ੍ਰਸ਼ਨ 1, ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਕੂੜਾ, ਡੈਸ਼ ਅਤੇ ਕ੍ਰਿਕਟ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ। ਹਾਕੀ। ਐੜਾ, ਡੈਸ਼ ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਹੌਸਲਾ, ਮਿਹਨਤ, ਲਗਨ ਵਰਗੇ ਗੁਣ ਪੈਦਾ ਹੁੰਦੇ ਹਨ। ਖੇਡਾਂ। ਕੀੜੀ, ਟੀਮ ਵਿੱਚ ਖੇਡਣ ਨਾਲ ਅਸੀਂ ਡੈਸ਼ ਸਿੱਖਦੇ ਹਾਂ। ਮਿਲਵਰਤਨ। ਪ੍ਰਸ਼ਨ 2, ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ। ਕੂੜਾ, ਇਹਨਾਂ ਵਿੱਚੋਂ ਕਿਹੜੀ ਖੇਡ ਵਿੱਚ ਪੂਰੀ ਟੀਮ ਖੇਡਦੀ ਹੈ? ਫੁੱਟਬਾਲ, ਗੋਲਾ ਸੁੱਟਣਾ, ਭਾਰ ਚੁੱਕਣਾ। ਸਹੀ ਜਵਾਬ ਹੈ ਫੁੱਟਬਾਲ। ਐੜਾ, ਓਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਹਨ? 4, 5, 6। ਸਹੀ ਜਵਾਬ ਹੈ 4। ਕੀੜੀ, ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀਆਂ ਲਈ ਕਿਹੜੀਆਂ ਖੇਡਾਂ ਦਾ ਆਯੋਜਨ ਹੁੰਦਾ ਹੈ? ਓਲੰਪਿਕ, ਪੈਰਾਓਲੰਪਿਕ, ਕਾਮਨਵੈਲਥ। ਸਹੀ ਜਵਾਬ ਹੈ ਪੈਰਾਓਲੰਪਿਕ। ਸੱਸਾ, ਖੇਡਣ ਨਾਲ ਡੈਸ਼
ਸਮਾਂ ਖਰਾਬ ਹੁੰਦਾ ਹੈ, ਅਸੀਂ ਤੰਦਰੁਸਤ ਰਹਿੰਦੇ ਹਾਂ, ਅਸੀਂ ਬਿਮਾਰ ਹੋ ਜਾਂਦੇ ਹਾਂ, ਅਸੀਂ ਤੰਦਰੁਸਤ ਰਹਿੰਦੇ ਹਾਂ। ਪ੍ਰਸ਼ਨ 3, ਸਾਨੂੰ ਖੇਡਾਂ ਵਿੱਚ ਭਾਗ ਕਿਉਂ ਲੈਣਾ ਚਾਹੀਦਾ ਹੈ? ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਹੌਸਲਾ, ਹਾਰ ਨੂੰ ਸਵੀਕਾਰਨ, ਮਿਹਨਤ ਤੇ ਲਗਨ ਵਰਗੇ ਗੁਣ ਪੈਦਾ ਹੁੰਦੇ ਹਨ ਅਤੇ ਅਸੀਂ ਦੂਸਰਿਆਂ ਨਾਲ ਮਿਲਵਰਤਨ, ਸਹਿਯੋਗ ਤੇ ਤਾਲਮੇਲ ਕਰਨਾ ਸਿੱਖਦੇ ਹਾਂ। ਪ੍ਰਸ਼ਨ 4, ਸਕੂਲੀ ਖੇਡ ਪੱਧਰਾਂ ਦੇ ਨਾਮ ਲਿਖੋ। ਸਕੂਲੀ ਖੇਡ ਪੱਧਰ ਸਕੂਲ ਤੋਂ ਬਾਅਦ ਬਲਾਕ, ਫਿਰ ਜ਼ਿਲ੍ਹਾ ਅਤੇ ਫਿਰ ਰਾਜ ਪੱਧਰ ਦੀਆਂ ਖੇਡਾਂ ਹੁੰਦੀਆਂ ਹਨ। ਰਾਜ ਤੋਂ ਬਾਅਦ ਰਾਸ਼ਟਰ ਤੇ ਫਿਰ ਅੰਤਰਰਾਸ਼ਟਰੀ ਪੱਧਰ ਹੁੰਦਾ ਹੈ। ਪ੍ਰਸ਼ਨ 5, ਅੰਤਰਰਾਸ਼ਟਰੀ ਪੱਧਰ ਦੀਆਂ 4 ਖੇਡਾਂ ਦੇ ਨਾਮ ਲਿਖੋ। ਕ੍ਰਿਕਟ, ਹਾਕੀ, ਫੁੱਟਬਾਲ, ਵਾਲੀਬਾਲ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ। ਪ੍ਰਸ਼ਨ 6, ਪੈਰਾਓਲੰਪਿਕ ਖੇਡਾਂ ਤੋਂ ਕੀ ਭਾਵ ਹੈ? ਪੈਰਾਓਲੰਪਿਕ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਖੇਡ ਮੁਕਾਬਲਿਆਂ ਦਾ ਆਯੋਜਨ ਹੁੰਦਾ ਹੈ ਤਾਂ ਜੋ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ। ਇਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਪ੍ਰਸ਼ਨ 7, ਦਿਮਾਗੀ ਕਸਰਤ। ਟੀਮ ਬਣਾ ਕੇ ਖੇਡੀਆਂ ਜਾਂਦੀਆਂ ਖੇਡਾਂ ਮਤਲਬ ਉਹ ਖੇਡਾਂ ਜਿਸ ਵਿੱਚ ਇੱਕ ਤੋਂ ਵੱਧ ਖਿਡਾਰੀ ਮਿਲ ਕੇ ਖੇਡਦੇ ਹਨ। ਹਾਕੀ, ਖੋ-ਖੋ, ਫੁੱਟਬਾਲ, ਕਬੱਡੀ, ਕ੍ਰਿਕਟ, ਬਾਸਕਟਬਾਲ। ਕੀ ਤੁਸੀਂ ਜਾਣਦੇ ਹੋ ਕਿ ਅੰਤਰਰਾਸ਼ਟਰੀ ਖਿਡਾਰੀ ਕਿਹੜੇ ਹੁੰਦੇ ਹਨ? ਆਓ ਹੁਣ ਕੁਝ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਮਿਲੀਏ। ਇਹ ਪੀਟੀ ਊਸ਼ਾ ਦਾ ਚਿੱਤਰ ਹੈ। ਪੀਟੀ ਊਸ਼ਾ ਇੱਕ ਅੰਤਰਰਾਸ਼ਟਰੀ ਦੌੜਾਕ ਹੈ ਅਤੇ ਓਲੰਪਿਕ ਖੇਡਾਂ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਹੈ। ਸੰਨ 1984 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਲਗਭਗ ਤੀਸਰੇ ਸਥਾਨ ਉੱਪਰ ਪਹੁੰਚਣ ਵਾਲੀ ਸੀ ਕਿ ਬਹੁਤ ਹੀ ਛੋਟੇ ਜਿਹੇ ਫਰਕ ਅਰਥਾਤ 1 ਸੈਕਿੰਡ ਦੇ 100ਵੇਂ ਹਿੱਸੇ ਨਾਲ ਪਿੱਛੇ ਰਹਿ ਗਈ। ਇਸ ਲਈ ਉਹ ਕਾਂਸੇ ਦਾ ਤਗਮਾ ਪ੍ਰਾਪਤ ਨਾ ਕਰ ਸਕੀ। ਕਰਨਮ ਮਲੇਸ਼ਵਰੀ ਓਲੰਪਿਕ ਖੇਡਾਂ ਵਿੱਚ ਭਾਰ ਚੁੱਕਣ ਖੇਡ ਵਿੱਚ ਤਾਂਬੇ ਦਾ ਮੈਡਲ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਅੰਤਰਰਾਸ਼ਟਰੀ ਖਿਡਾਰੀ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਵੈ ਜੀਵਨੀ ਦੇ ਕੁਝ ਅੰਸ਼। ਮੇਰੇ ਪਿਤਾ ਸਰਦਾਰ ਸੰਪੂਰਨ ਸਿੰਘ ਬੜੇ ਸਿੱਧੇ ਸਾਦੇ ਵਿਅਕਤੀ ਸਨ। ਉਹਨਾਂ ਨੂੰ ਕੇਵਲ ਥੋੜੀ ਜਿਹੀ ਪੰਜਾਬੀ ਹੀ ਆਉਂਦੀ ਸੀ ਤਾਂ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਔਲਾਦ ਪੜ੍ਹ ਜਾਵੇ। ਖੇਤੀਬਾੜੀ ਸਾਡਾ ਖਾਨਦਾਨੀ ਕਿੱਤਾ ਸੀ। ਅਸੀਂ 5 ਭਰਾ ਅਤੇ 3 ਭੈਣਾਂ ਸਾਂ। 2 ਕੱਚੇ ਕੋਠਿਆਂ ਦਾ ਘਰ ਸੀ ਸਾਡਾ। ਇੱਕ ਕੋਠੇ ਵਿੱਚ ਡੰਗਰ, ਉਹਨਾਂ ਦਾ ਸਮਾਨ, ਦੂਜੇ ਵਿੱਚ ਅਸੀਂ ਅਤੇ ਸਾਡਾ ਨਿੱਕਾ ਮੋਟਾ ਸਮਾਨ। ਚੌਥੀ ਜਮਾਤ ਪਿੰਡ ਦੇ ਨੇੜਲੇ ਸਕੂਲ ਵਿੱਚੋਂ ਪਾਸ ਕਰਨ ਉਪਰੰਤ 5ਵੀਂ ਜਮਾਤ ਵਿੱਚ ਸ਼ਹਿਰ ਦੇ ਸਕੂਲ ਵਿੱਚ ਦਾਖਲਾ ਲੈ ਲਿਆ। ਅਸੀਂ 2 ਮੁੰਡੇ ਤੜਕੇ 4 ਵਜੇ ਉੱਠ ਕੇ ਤਿਆਰ ਹੋ ਕੇ ਸਕੂਲ ਲਈ ਤੁਰ ਪੈਂਦੇ ਸਾਂ ਤੇ 6 ਕੋ ਲਗਭਗ 14-15 ਕਿਲੋਮੀਟਰ ਦੀ ਵਾਟ ਤੈਅ ਕਰਕੇ ਪ੍ਰਾਰਥਨਾ ਦੇ ਸਮੇਂ ਤੱਕ ਸਕੂਲ ਪਹੁੰਚਦੇ ਸਾਂ। ਫਿਰ 1947 ਦਾ ਕਹਿਰ ਸਾਡੀ ਧਰਤੀ ਉੱਪਰ ਵਾਪਰਿਆ। ਪਾਕਿਸਤਾਨ ਬਣਨ ਸਮੇਂ ਹੋਏ ਦੰਗਿਆਂ ਵਿੱਚ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਸਾਡਾ ਵੀ ਘਰ ਤਬਾਹ ਹੋ ਗਿਆ ਅਤੇ ਸਾਡੇ ਕੁਝ ਪਰਿਵਾਰਕ ਮੈਂਬਰ ਮਾਰੇ ਗਏ, ਕੁਝ ਲਾਪਤਾ ਹੋ ਗਏ। ਇਸ ਤੋਂ ਬਾਅਦ ਮੈਂ ਕਿਸੇ ਤਰੀਕੇ ਦਿੱਲੀ ਪਹੁੰਚ ਗਿਆ। ਦੌੜਨਾ ਮੈਂ 1952 ਵਿੱਚ ਭਰਤੀ ਹੋਣ ਤੋਂ ਬਾਅਦ ਸ਼ੁਰੂ ਕੀਤਾ। ਸਾਡੇ ਉਸਤਾਦ ਸਰਦਾਰ ਗੁਰਦੇਵ ਸਿੰਘ ਆਪ ਵੀ ਦੌੜਾਕ ਸਨ। ਉਹ ਬਹੁਤ ਸਖਤੀ ਨਾਲ ਸਾਡਾ ਅਭਿਆਸ ਕਰਾਉਂਦੇ। ਜਦੋਂ ਪਟਿਆਲਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਮੈਂ ਹਿੱਸਾ ਲੈਣ ਗਿਆ ਤਾਂ ਖੇਡਾਂ ਵਿੱਚ ਪਹਿਲੀ ਵਾਰ ਕੁੜੀਆਂ ਨੂੰ ਹਿੱਸਾ ਲੈਂਦੇ ਹੋਏ ਦੇਖਿਆ। ਦਿਨੋ-ਦਿਨ ਮੇਰਾ ਅਭਿਆਸ ਵੱਧਦਾ ਗਿਆ ਅਤੇ ਬਹੁਤ ਸਾਰੀਆਂ ਦੌੜਾਂ ਵਿੱਚ ਜਿੱਤ ਪ੍ਰਾਪਤ ਕਰਦਾ ਹੋਇਆ ਆਖਰ ਮੈਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਚੁਣਿਆ ਗਿਆ। ਇਹਨਾਂ ਖੇਡਾਂ ਵਿੱਚ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਪਰ ਮੈਨੂੰ ਇੰਨਾ ਲਾਭ ਜ਼ਰੂਰ ਹੋਇਆ ਕਿ ਦੁਨੀਆ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਤੱਕਿਆ, ਉਹਨਾਂ ਤੋਂ ਪ੍ਰੇਰਨਾ ਲਈ ਅਤੇ ਸਿੱਖਣ ਦਾ ਯਤਨ ਕੀਤਾ। ਸੰਨ 1956 ਤੋਂ 1957 ਦਾ ਸਮਾਂ ਮੇਰੀ ਕਠਨ ਤਪੱਸਿਆ ਦਾ ਸਮਾਂ ਸੀ। ਇਸ ਸਮੇਂ ਇੰਨੀ ਕਰੜੀ ਮਿਹਨਤ ਕੀਤੀ ਕਿ ਆਪਣੇ ਆਪ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸੰਨ 1958 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਏਸ਼ੀਆਈ ਖੇਡਾਂ ਵਿੱਚ 400 ਮੀਟਰ ਦੀ ਦੌੜ ਜਿੱਤ ਲਈ। ਜਦ ਇਹ ਐਲਾਨ ਕੀਤਾ ਗਿਆ ਕਿ ਮਿਲਖਾ ਸਿੰਘ ਨੇ ਇਹ ਦੌੜ 46.6 ਸੈਕਿੰਡ ਵਿੱਚ ਪੂਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ ਤਾਂ ਸਟੇਡੀਅਮ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ।
ਜਾਪਾਨ ਦੇ ਬਾਦਸ਼ਾਹ ਨੇ ਮੇਰੇ ਗਲ ਵਿੱਚ ਤਮਗਾ ਪਾਇਆ। ਰਾਸ਼ਟਰੀ ਗਾਨ ਜਨ ਗਣ ਮਨ ਦੀ ਧੁਨ ਨਾਲ ਤਿਰੰਗਾ ਝੰਡਾ ਉੱਪਰ ਉੱਠਣਾ ਸ਼ੁਰੂ ਹੋਇਆ ਤਾਂ ਮੈਨੂੰ ਦੇਸ਼ ਭਗਤਾਂ ਅਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਯਾਦ ਆ ਗਈਆਂ। ਇਹਨਾਂ ਖੇਡਾਂ ਵਿੱਚ ਮੈਂ 200 ਮੀਟਰ ਦੀ ਦੌੜ ਵੀ ਜਿੱਤ ਲਈ। ਭਾਰਤ ਵਾਪਸ ਪਰਤਣ ਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਮੇਰਾ ਮੋਢਾ ਥਾਪੜਦਿਆਂ ਕਿਹਾ, ਬੇਟਾ, ਤੂੰ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹੈ। ਤੂੰ ਆਪਣੀ ਮਿਹਨਤ ਜਾਰੀ ਰੱਖ, ਹਾਲੇ ਤੂੰ ਸੰਸਾਰ ਪੱਧਰ ਤੇ ਪਹੁੰਚਣਾ ਹੈ। ਇਸ ਤੋਂ ਬਾਅਦ ਕਾਮਨਵੈਲਥ ਖੇਡਾਂ ਵਿੱਚ ਵੀ ਮੈਂ 400 ਮੀਟਰ ਦੌੜ ਜਿੱਤੀ। ਇੰਗਲੈਂਡ ਵਿੱਚ ਹੋਈਆਂ ਇਹਨਾਂ ਖੇਡਾਂ ਦੌਰਾਨ ਜਦ ਮੇਰਾ ਮਨ ਨਿਰਾਸ਼ ਹੋਇਆ ਤਾਂ ਮੇਰੇ ਕੋਚ ਡਾਕਟਰ ਹਾਵਰਡ ਸਾਰੀ ਰਾਤ ਮੈਨੂੰ ਸਮਝਾਉਂਦੇ ਰਹੇ, ਮੇਰਾ ਮਨੋਬਲ ਉੱਚਾ ਚੁੱਕਦੇ ਰਹੇ। ਉਹਨਾਂ ਦੇ ਪਿਆਰ ਅਤੇ ਅਗਵਾਈ ਨੇ ਮੈਨੂੰ ਸਫਲ ਕੀਤਾ। ਇੱਥੇ ਵੀ ਮੈਂ ਜਿੱਤ ਪ੍ਰਾਪਤ ਕੀਤੀ। ਸੰਨ 1960 ਵਿੱਚ ਪਾਕਿਸਤਾਨ ਵੱਲੋਂ ਭਾਰਤੀ ਟੀਮ ਲਈ ਸੱਦਾ ਆਇਆ। ਇੱਥੇ ਮੈਂ 200 ਮੀਟਰ ਦੀ ਦੌੜ 20.7 ਸਕਿੰਟ ਵਿੱਚ ਜਿੱਤ ਲਈ। ਇਹ ਵਿਸ਼ਵ ਰਿਕਾਰਡ ਸੀ। ਮੈਨੂੰ ਖੁਸ਼ੀ ਸੀ ਕਿ ਮੈਂ ਇਸ ਦੀ ਬਰਾਬਰੀ ਕੀਤੀ ਸੀ। ਜਿੱਤਣ ਤੋਂ ਬਾਅਦ ਜਦ ਮੈਂ ਸਟੇਡੀਅਮ ਦਾ ਚੱਕਰ ਲਗਾ ਰਿਹਾ ਸੀ ਤਾਂ ਮਾਈਕ ਤੇ ਬੋਲਿਆ ਗਿਆ, ਮਿਲਖਾ ਸਿੰਘ ਜਿਹੜਾ ਤੁਹਾਡੇ ਅੱਗਿਓਂ ਦੀ ਲੰਘ ਰਿਹਾ ਹੈ, ਇਹ ਦੌੜਿਆ ਨਹੀਂ, ਉੱਡਿਆ ਹੈ। ਅਸੀਂ ਇਸ ਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ। ਇਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਮੇਰਾ ਨਾਮ ਫਲਾਇੰਗ ਸਿੱਖ ਮਸ਼ਹੂਰ ਹੋ ਗਿਆ। ਮੇਰੀ ਸਫਲਤਾ ਦਾ ਰਾਜ, ਮੈਂ ਹਫ਼ਤੇ ਵਿੱਚ 7 ਦਿਨ ਅਤੇ ਸਾਲ ਵਿੱਚ 365 ਦਿਨ ਦੌੜਦਾ ਸੀ। ਇਸ ਲੰਮੇ ਸੰਘਰਸ਼ ਵਿੱਚ ਨਾ ਮੈਂ ਕਦੇ ਢਿੱਲ ਪਾਈ ਅਤੇ ਨਾ ਹੀ ਆਲਸ ਨੂੰ ਹਾਵੀ ਹੋਣ ਦਿੱਤਾ। ਪਿਆਰੇ ਬੱਚਿਓ, ਕੇਵਲ ਖੇਡਾਂ ਵਿੱਚ ਹੀ ਨਹੀਂ, ਲਗਾਤਾਰ ਅਤੇ ਅਣਥੱਕ ਮਿਹਨਤ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਰਾਜ ਹੈ। ਬੱਚਿਓ, ਸਾਨੂੰ ਮਿਲਖਾ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਕਿਸੇ ਵੀ ਟੀਚੇ ਨੂੰ ਪਾਉਣ ਲਈ ਪੂਰੇ ਸਿਰੜ ਨਾਲ ਮਿਹਨਤ ਕਰਨੀ ਚਾਹੀਦੀ ਹੈ। ਵੱਡੇ ਪੱਧਰ ਦੇ ਖੇਡ ਮੁਕਾਬਲਿਆਂ ਲਈ ਇੱਕ ਚਿੰਨ੍ਹ ਨਿਸ਼ਚਿਤ ਕੀਤਾ ਜਾਂਦਾ ਹੈ, ਜਿਵੇਂ ਕਿ ਸੰਨ 1982 ਵਿੱਚ ਹੋਈਆਂ ਏਸ਼ੀਆਈ ਖੇਡਾਂ ਦਾ ਖੇਡ ਚਿੰਨ੍ਹ ਅੱਪੂ, ਸੰਨ 2010 ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦਾ ਖੇਡ ਚਿੰਨ੍ਹ ਸ਼ੇਰਾ, ਓਲੰਪਿਕ ਖੇਡਾਂ ਦਾ ਚਿੰਨ੍ਹ 5 ਚੱਕਰ। ਬੱਚਿਓ, 5 ਚੱਕਰਾਂ ਤੋਂ ਭਾਵ ਵਿਸ਼ਵ ਦੇ 5 ਮਹਾਂਦੀਪਾਂ ਤੋਂ ਹੈ। ਯਾਦ ਰੱਖਣਯੋਗ ਗੱਲਾਂ, ਖੇਡਾਂ ਸਾਨੂੰ ਮਿਲਵਰਤਨ, ਤਾਲਮੇਲ, ਸਹਿਯੋਗ ਕਰਨਾ ਸਿਖਾਉਂਦੀਆਂ ਹਨ। ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਪੈਰਾ ਓਲੰਪਿਕ ਖੇਡਾਂ ਦਾ ਆਯੋਜਨ ਹੁੰਦਾ ਹੈ। ਓਲੰਪਿਕ ਖੇਡਾਂ ਦਾ ਆਯੋਜਨ ਹਰ 4 ਸਾਲ ਬਾਅਦ ਹੁੰਦਾ ਹੈ। ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ। ਪ੍ਰਸ਼ਨ 8, ਖਾਲੀ ਥਾਵਾਂ ਭਰੋ। ਨੰਬਰ 1, ਮਿਲਖਾ ਸਿੰਘ ਨੂੰ ਡੈਸ਼ ਸਿੱਖ ਦਾ ਖਿਤਾਬ ਮਿਲਿਆ, ਫਲਾਇੰਗ। ਨੰਬਰ 2, ਲਗਾਤਾਰ ਅਤੇ ਅਣਥੱਕ ਡੈਸ਼ ਜੀਵਨ ਦੀ ਕਾਮਯਾਬੀ ਦਾ ਰਾਜ ਹੈ, ਮਿਹਨਤ। ਪ੍ਰਸ਼ਨ 9, ਮਿਲਾਨ ਕਰੋ। ਪੀਟੀ ਊਸ਼ਾ, ਉੱਡਣ ਪਰੀ, ਕਰਨਮ ਮਲੇਸ਼ਵਰੀ, ਭਾਰਤੋਲਕ, ਸਚਿਨ ਤੇਂਦੁਲਕਰ, ਮਾਸਟਰ ਬਲਾਸਟਰ, ਮੇਜਰ ਧਿਆਨਚੰਦ, ਹਾਕੀ ਦਾ ਜਾਦੂਗਰ। ਪ੍ਰਸ਼ਨ 10, ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਕੀ ਰਾਜ਼ ਹੈ? ਜੀਵਨ ਦੇ ਹਰ ਖੇਤਰ ਵਿੱਚ ਲਗਾਤਾਰ ਅਤੇ ਅਣਥੱਕ ਮਿਹਨਤ ਕਾਮਯਾਬੀ ਦਾ ਰਾਜ਼ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰੋ। ਧੰਨਵਾਦ।